सतनाम वाहिगुरु साहिब जियो। सूही कबीर जियो। अमल सिरानो लेखा देना। आए कठन दूत जम लेना। अमल सिरानो लेखा देना। आए कठन दूत जम लेना। क्या तैं खटिया कहाँ गवाया। चलो सिताब दीवान बुलाया। चलो सिताब दीवान बुलाया। चल दर हाल दीवान बुलाया। हर फुरमान दर गए का आया रहा। करों अरदास गाँव किछ बाकी। लियो निबेर आज की राती। किछ भी खर्च तुम्हारा सारों। सुबह निवाज सराय गुजारों। साध संग जाको हर रंग लागा। तन तन सो जन पुरख सुभागा। ईत ऊत जन सदा सुहेले। जन्म पदारथ जीत यमोले। जागत सोया जन्म गवाया। माल धन जोरिया भया पराया। कहो कबीर तेई नर भूले। खसम बिसार माटी संगरूले। जागत सोया जन्म गवाया। माल धन जोरिया भया पराया। कहो कबीर तेई नर भूले। खसम बिसार माटी संगरूले। वाहिगुरु जी का खालसा वाहिगुरु जी की फतेह। जुगो जुग अटल धन धन गुरु ग्रंथ साहिब जी। गुरु महाराज जी की अपार बख्शिश। शाम समय सत्संगत दियाँ ये कड़ियाँ असी माण रहे हैं। अजे हुणे आप गुरबाणी कीर्तन सरवण कर रहे सी। इस समय विच गुर शब्द व्याख्या है। लड़ीवार गुरबाणी व्याख्यान अंदर राग सूही दी भगत रचना ते उस विच भी भगत कबीर जी श्रोमणी भगत बाणीकार उन्हां द्वारा उचरित किया उपदेश सानू प्राप्त है। शब्द आपने सरवण किया है। जे बीते तो आप गुरबाणी विचार सुन रहे होवोगे तो लगातार ये तीसरा शब्द है भगत कबीर जी का। जिवें प्रारंभता हुई सी अवतर आए कहाँ तुम कीना। राम को नाम कबहू नहीं लीना। एक्चुअल लैवल तो जिन्हों असी न्योरा देना कहने आ, हलूलना कहने आ। किसी नू अवेयर करने वास्ते शौक मतलब देना उस रूप दे विच। बाबा कबीर जी सानू साडी कॉन्शियस नू जगांदे ते कहिंदे हो बंदे सोचते सही जिंदगी काहदे लई मिली है। सो इत्थों बात शुरू हुई सी इस शब्द तो जिहड़ा बीते कल ते उहदे पिछले रोज़ असी लगातारता नाल शब्द विचारिया। थर हर कंपै बाला जियो ना जानो क्या करसी पियो। ਉਹਦੇ ਜ਼ਿਕਰ आ रहा ਸੀਗਾ कि ਜਿਹਨੂੰ ਅਸੀਂ बचन पढ़ रहे ਸੀਗੇ ਅੱਗੋਂ ਦੇ ਜੇ ਚੇਤੀ ਹੈ। मतलब सपोज अज जिंदगी चल रही है सब कुछ एक पल ਲਈ ਅੱਖਾਂ बंद करके सोच कि जे ਅੱਖਾਂ परमानेंट बंद हो जान व्हाट्स गोना हैपन होएगा कि इस चीज़ ਨੂੰ सोच इमैजिन कर। ये
ਇਸ ਨੂੰ ਬੰਦਾ ਕਹਿ ਸਕਦਾ ਬੜੀ ਨੈਗੇਟਿਵ ਥਿੰਕਿੰਗ ਹੈ। ਨਹੀਂ, ਨੈਗੇਟਿਵ ਨਹੀਂ ਹੈਗੀ। ਹਰ ਚੀਜ਼ ਬਾਰੇ ਅਸੀਂ ਪਰਸੈਪਸ਼ਨ ਬਣਾਉਂਦੇ ਹਾਂ, ਹਰ ਚੀਜ਼ ਬਾਰੇ ਰਾਏ ਬਣਾਉਂਦੇ ਹਾਂ, ਅਸੀਂ ਸੋਚਦੇ ਹਾਂ, ਪ੍ਰੀ ਇਮੈਜਨ ਕਰਦੇ ਹਾਂ। ਬਾਬਾ ਕਬੀਰ ਜੀ ਕਹਿੰਦੇ ਇਹਨੂੰ ਸੋਚ ਕੇ ਵੇਖ। ਸੋ ਇਸ ਕਿਸਮ ਦੀ ਬਾਤ ਆ ਰਹੀ ਸੀ। ਗੁਜ਼ਰਦੀ ਉਮਰ ਦੇ ਪੜਾਅ ਦੇ ਨਾਲ ਜਿਹੜੀਆਂ ਟ੍ਰਾਂਜੀਸ਼ਨਲ ਚੇਂਜਸ ਹੁੰਦੀਆਂ ਨੇ, ਡੋਂਟ ਮਿਸ ਦੈਮ, ਉਹਨਾਂ ਦੇ ਵਿੱਚ ਪਾਰਟੀਸਪੇਸ਼ਨ ਪਾ, ਉਹਦੀ ਬਾਤ ਹੋਈ। ਅੱਜ ਜੋ ਬਚਨ ਆਇਆ ਇਹਦੇ 'ਚ ਬਹੁਤ ਕਮਾਲ ਦਾ ਮੈਟਾਫੋਰ ਯੂਜ਼ ਕੀਤਾ ਬਾਬਾ ਕਬੀਰ ਜੀ ਨੇ। ਇਹ ਮੈਟਾਫੋਰਿਕ ਸਿਸਟਮ ਜਿਸ ਨੂੰ ਅਸੀਂ ਆਪਣੀ ਆਮ ਭਾਸ਼ਾ ਦੇ 'ਚ ਠਾਣਾ ਕਹਿੰਦੇ ਹਾਂ ਨਾ, ਐਕਚੁਅਲ ਲੈਵਲ 'ਤੇ ਠਾਣਾ, ਕੋਤਵਾਲੀ, ਕਚਹਿਰੀ, ਇਹ ਸਾਰੇ ਵਰਡ ਜਿਹੜੇ ਨੇ ਇਹ ਪਰਸ਼ੀਅਨ ਕਲਚਰ ਅਤੇ ਲਿਟਰੇਚਰ 'ਚੋਂ ਨਿਕਲੇ ਨੇ ਸਾਰੇ। ਕਿਉਂਕਿ ਜਦੋਂ ਮੁਗਲ ਹੁਕਮਰਾਨ ਬਣਦਾ ਇੱਥੇ, ਕੋ ਗਾਲਬਨ 800 ਸਾਲ ਭਾਰਤੀ ਖਿੱਤੇ ਦੇ ਵੱਡੇ ਹਿੱਸੇ ਦੀ ਭਾਸ਼ਾ, ਸਰਕਾਰੀ ਭਾਸ਼ਾ ਫਾਰਸੀ ਰਹੀ ਹੈ। ਸੋ ਉਹੀ ਪਰਸ਼ੀਅਨ ਕਲਚਰ ਜਿਹੜਾ ਡੋਮੀਨੇਟ ਕਰਦਾ ਰਿਹਾ ਇੱਥੇ। ਜਿਹੜੇ ਮਤਲਬ ਆਮ ਹਾਲਤਾਂ ਵਿੱਚ ਅਸੀਂ ਕਹਿੰਦੇ ਠਾਣਾ ਚੜ੍ਹ ਕੇ ਆ ਗਿਆ, ਠਾਣੇ ਵਾਲੇ ਆ ਗਏ, ਮਤਲਬ ਜਿਹੜਾ ਹੈਗਾ ਸਿਪਾਹੀ ਆ ਗਏ, ਦੂਤ ਆ ਗਏ, ਇਸ ਕਿਸਮ ਦੀ ਗੱਲ ਹੁੰਦੀ ਹੈ। ਇਹ ਸਾਰਾ ਮੁਗਲੀਆ ਹੁਕਮਰਾਨੀ ਕਲਚਰ ਹੈ। ਫਿਊਡਲ ਸਿਸਟਮ ਦੇ ਵਿੱਚ ਲੋਕਾਂ ਨੂੰ ਦਬਾ ਕੇ ਚਲਾਉਣਾ। ਜਦੋਂ ਬ੍ਰਿਟਿਸ਼ ਉੱਤੇ ਪਹੁੰਚਦਾ ਹੈ, ਬ੍ਰਿਟਿਸ਼ ਨੂੰ ਆਲਰੇਡੀ ਇੱਕ ਬਣਿਆ ਬਣਾਇਆ ਮਾਡਲ ਮਿਲਦਾ ਪੂਰੀ ਇੰਡੀਆ ਦੇ ਵਿੱਚ। ਪੰਜਾਬ ਥੋੜ੍ਹਾ ਜਿਹਾ ਡਿਫਰੈਂਸ ਹੈ ਉਹਦੇ 'ਚੋਂ ਉਸ ਸਮੇਂ ਜਦੋਂ ਪਹੁੰਚਦਾ। ਇਸ ਕਰਕੇ ਉਹ ਪੰਜਾਬ ਨੂੰ ਸਟੱਡੀ ਕਰਨ 'ਤੇ ਬਹੁਤ ਟਾਈਮ ਲਾਉਂਦਾ। ਆਪੇ ਦੇਖੋ, ਉਹਨੂੰ ਇਹ ਮਤਲਬ ਇਹ ਮਹਿਸੂਸ ਹੋ ਰਿਹਾ ਹੈ ਕਿ ਐਕਚੁਅਲ ਲੈਵਲ 'ਤੇ ਜੇ ਮੈਂ ਇਸ ਨੂੰ ਇਨਵੇਡ ਵੀ ਕਰ ਲੈਣਾ, ਮੇਰੇ ਲਈ ਇਸ ਨੂੰ ਲਗਾਤਾਰ ਆਪਣੇ ਜਿਹੜਾ ਹੈਗਾ ਆਕੂਪਾਈ ਕਰਕੇ ਰੱਖਣਾ, ਇਸ ਨੂੰ ਆਪਣੇ ਕੰਟਰੋਲ ਵਿੱਚ ਰੱਖਣਾ, ਇਹ ਬੜਾ ਜ਼ਰੂਰੀ ਹੋਏਗਾ। ਅਤੇ ਹੋਇਆ ਵੀ ਇਸੇ ਤਰ੍ਹਾਂ। ਉਸਨੇ ਉਸ ਨੂੰ ਇਨਵੇਡ ਕਰ ਲਿਆ। ਜਿਨ੍ਹਾਂ ਤੋਂ ਉਹਨੇ ਇਨਵੇਡ ਕੀਤਾ, ਸਭ ਤੋਂ ਵੱਧ ਪਰਕਸ ਉਹਨਾਂ ਸਿੱਖਾਂ ਨੂੰ ਹੀ ਦਿੱਤੇ। ਉਹਨੇ ਜ਼ਮੀਨਾਂ ਦਿੱਤੀਆਂ, ਫੌਜ 'ਚ ਲੈ ਲਿਆ, ਸਭ ਕੁਝ ਕਰ ਲਿਆ। ਪਰ ਇਹਦੇ ਬਾਵਜੂਦ ਵੀ ਜੋ ਰਿਬੈਲੀਅਸ ਬਣੇ, ਜੋ ਉਹਨਾਂ ਵਾਸਤੇ ਮਤਲਬ ਜਿਨ੍ਹਾਂ ਨੇ ਉਸ ਸਾਰੇ ਸਿਸਟਮ ਦੇ ਖਿਲਾਫ ਰਿਟੈਲੀਏਟ ਕੀਤਾ, ਕਿਸੇ ਲੈਵਲ ਦੀ ਵੀ ਧੱਕਾ ਹੋਏ, ਉਹ ਵੀ ਸਿੱਖ ਹੀ ਨਿਕਲੇ ਸਾਰੇ। ਇਹਦਾ ਮਤਲਬ ਉਹਦਾ ਖਦਸ਼ਾ ਸਹੀ ਸੀਗਾ ਕਿ ਇਹਨਾਂ ਲੋਕਾਂ ਨੂੰ ਲੰਬਾ ਸਮਾਂ ਮੈਂ ਇਸ ਤਰੀਕੇ ਨਾਲ ਨਹੀਂ ਰੱਖ ਸਕਾਂਗਾ, ਕਿਉਂਕਿ ਇਹਨਾਂ ਨੇ ਮਾਡਲ ਆਲਰੇਡੀ ਤੋੜ ਦਿੱਤਾ। ਮੁਗਲਾਂ ਦਾ ਮਾਡਲ ਤੋੜਿਆ, ਉਹ ਜ਼ੁਲਮ ਉਹ ਗਾਰਤ ਦਾ, ਉਹ ਠਾਣੇ ਵਾਲਾ ਮਾਡਲ, ਉਹ ਦੂਤਾਂ ਵਾਲਾ ਮਾਡਲ ਤੋੜਿਆ, ਜਿਹਦੇ ਅੰਦਰ ਲੋਕ ਠਾਣੇ ਤੋਂ, ਕਚਹਿਰੀ ਤੋਂ, ਉਹਨਾਂ ਦੇ ਬੰਦਿਆਂ ਤੋਂ ਥਰ ਥਰ ਕੰਬਦੇ ਸੀ ਉਸ ਰੂਪ ਦੇ ਵਿੱਚ। ਜੇ ਤੁਸੀਂ ਹੋਰ ਸਿੰਪਲੀਫਾਈ ਕਰਕੇ ਇਹਨੂੰ ਦੇਖਣਾ ਚਾਹੋ ਤੇ ਅਸੀਂ ਇਤਿਹਾਸਕ ਤੌਰ 'ਤੇ ਦੇਖਦੇ ਹਾਂ, ਗੁਰੂ ਸਾਹਿਬ ਦੇ ਜੀਵਨ ਯਾਪਨ ਵਿੱਚ ਦੇਖੋਗੇ ਕਿ ਜਦੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੰਗੂ ਦੇ ਘਰ ਨੇ, ਅਤੇ ਗੰਗੂ ਜਾ ਕੇ ਮੋਰਿੰਡੇ ਰਿਪੋਰਟ ਕਰਦਾ ਹੈ। ਮੋਰਿੰਡੇ ਤੋਂ ਜਾਨੀ ਖਾਂ ਅਤੇ ਮਾਨੀ ਖਾਂ ਜੋ ਹੈ ਉਹ ਸਿਪਾਹੀ ਆਉਂਦੇ ਨੇ ਦਰੋਗੇ 'ਤੇ ਭੇਜੇ ਹੋਏ। ਸੋ ਉਹਨਾਂ ਨੂੰ ਅਰੈਸਟ ਕਰਕੇ ਲੈ ਕੇ ਜਾਂਦੇ। ਸੋ ਇਹ ਠਾਣੇ ਦਾ ਮਾਡਲ ਹੈ ਪੂਰਾ ਦਾ ਪੂਰਾ। ਮੁਗਲੀਆ ਹੁਕਮਰਾਨਾਂ ਦੇ ਸਿਪਾਹੀਆਂ ਤੋਂ, ਉਹਦੇ ਦਰੋਗਿਆਂ ਤੋਂ, ਉਹਨਾਂ ਦੇ ਉਸ ਪੂਰੇ ਦੇ ਪੂਰੇ ਫਿਊਡਲ ਸਿਸਟਮ 'ਚ ਉਹਨਾਂ ਦਾ ਡਰ, ਦਹਿਸ਼ਤ ਜਿਹੜੀ ਸੀ ਬੜੀ ਜ਼ਬਰਦਸਤ ਸੀਗੀ। ਭਗਤ ਕਬੀਰ ਜੀ ਉਸ ਸਮੇਂ ਨੂੰ ਪਿੰਡੇ 'ਤੇ ਹੰਢਾਇਆ ਸਾਰਾ। ਉਹਨਾਂ ਨੇ ਉਦੋਂ ਮੈਟਾਫੋਰ ਦੇ ਤੌਰ 'ਤੇ ਲਿਆ ਅਤੇ ਬੰਦੇ ਨੂੰ ਸਮਝਾਇਆ। ਬੰਦੇ ਧਰਤੀ ਦੇ ਠਾਣੇ ਤੋਂ ਆਇਆ ਹੋਇਆ ਬੰਦਿਆਂ ਤੋਂ ਥਰ ਥਰ ਕੰਬਦਾ ਹੈ। ਸੋਚ ਕੇ ਤੇ ਦੇਖ, ਇੱਕ ਦਿਨ ਮੌਤ ਰੂਪ ਠਾਣਾ ਚੜ੍ਹ ਕੇ ਆਉਣਾ ਤੇਰੇ 'ਤੇ। ਇੱਕ ਦਿਨ ਉਹਦੇ ਦੂਤ ਆਉਣੇ ਨੇ ਅਤੇ ਉਹਨਾਂ ਸਾਹਮਣੇ ਤੇਰੀ ਪੇਸ਼ ਨਹੀਂ ਚੱਲਣੀ। ਇਹਦੇ ਥੋੜ੍ਹਾ ਜਿਹਾ ਜਿਸ ਮੈਟਾਫੋਰ ਨੂੰ ਦੇਖਿਆ ਜਾਏ ਤਾਂ ਉਹਨਾਂ ਨੇ ਇਹਨੂੰ ਟਵਿਸਟ ਵੀ ਕੀਤਾ। ਜਿਵੇਂ ਆਮ ਕਰਕੇ ਠਾਣੇ ਵਾਲੇ ਚੜ੍ਹ ਕੇ ਆਉਂਦੇ ਸੀ ਅਤੇ ਲੋਕ ਉਹਨਾਂ ਨੂੰ ਬਰਾਈਬ ਆਫਰ ਕਰਦੇ ਸੀ। ਅਤੇ ਜਦੋਂ ਬਰਾਈਬ ਆਫਰ ਹੋ ਜਾਂਦੀ ਸੀ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ, ਚਲੋ ਜਾ ਕੇ ਫਿਰ ਉਹ ਕਹਿੰਦੇ ਸੀ ਬੰਦਾ ਤਾਂ ਮਿਲਿਆ ਨਹੀਂ ਜੀ, ਉਹ ਦੁਬਾਰਾ ਜਾਵਾਂਗੇ ਸੀ ਫੜਨ ਵਾਸਤੇ। ਹਾਲਾਂਕਿ ਉਹਦੇ ਕੋਲੋਂ ਭਾਵੇਂ ਪੈਸੇ ਲੈ ਕੇ ਆ ਗਏ ਹੁਣ ਉਸ ਰੂਪ ਦੇ ਅੰਦਰ। ਬਾਬਾ ਕਬੀਰ ਜੀ 'ਚ ਇਹ ਵੀ ਬਿਆਨ ਕਰਦੇ, ਜੇ ਤੁਸੀਂ ਬਚਨ ਵਿਚਾਰਾਂਗੇ ਬਿਲਕੁਲ ਸਿਲਸਿਲੇਵਾਰ, ਕਿ ਉੱਥੇ ਰਿਸ਼ਵਤ ਵੀ ਨਹੀਂ ਚੱਲਦੀ, ਕਿਉਂਕਿ ਜਿਹੜੇ ਉਹ ਠਾਣੇ ਵਾਲੇ ਆਉਣਗੇ ਉਹ ਤਾਂ ਬਹੁਤ ਇਮਾਨਦਾਰ ਨੇ। ਉਹ ਤਾਂ ਆਪਣੇ ਜਿਹੜਾ ਲਾਰਡ ਆ, ਜਿਹੜਾ ਉਹਨਾਂ ਦਾ ਮਾਲਕ ਆ, ਉਹਦੇ ਵਾਸਤੇ ਪੂਰੀ ਤਰ੍ਹਾਂ ਲੋਇਲ ਨੇ। ਸੋ ਉਹ ਸਾਰੀ ਮਿਸਾਲ ਨੂੰ ਦਿੰਦਿਆਂ ਹੋਇਆਂ ਸਾਨੂੰ ਇੱਕ ਤਰ੍ਹਾਂ ਦੇ ਨਾਲ ਇੱਕ ਐਜੂਕੇਟ ਕੀਤਾ ਆ। ਜ਼ਿੰਦਗੀ ਥੋੜ੍ਹੀ ਚਿਰੀ ਹੈ, ਸੰਭਾਲ ਇਹਨੂੰ, ਗਵਾ ਨਾ ਵਕਾਰਾਂ ਦੇ ਵਿੱਚ, ਈਰਖਾ, ਦੁਆਇਖ, ਸਾੜਿਆਂ, ਤ੍ਰਿਸ਼ਨਾ, ਇਹਨਾਂ ਅਲਾਮਤਾਂ ਦੇ ਵਿੱਚ। ਜ਼ਿੰਦਗੀ
ਖੁਸ਼ਨੁਮਾ ਅਹਿਸਾਸਾਂ ਦੀ, ਦਿਲਸ਼ਾਦ ਅਹਿਸਾਸਾਂ ਦਾ ਇੱਕ ਪੂਰਾ ਦਾ ਪੂਰਾ ਸ਼ਗੁਫਤਾ ਹੈ, ਪੂਰਾ ਦਾ ਪੂਰਾ ਗੁਲਦਸਤਾ ਹੈ। ਇਸ ਨੂੰ ਇਸ ਲੈਵਲ 'ਤੇ ਮਾਣ। ਸੋ ਇਹਦੀ ਬਾਤ ਇਨਡੀਡ ਇਹਨਾਂ ਬਚਨਾਂ ਦੇ ਵਿੱਚ ਜਿਹੜੇ ਪਿੱਛੋਂ ਆ ਰਹੇ, ਬੀਤੇ ਕੱਲ੍ਹ ਵੀ ਉਦੋਂ ਪਿੱਛੇ ਵੀ ਬਾਤ ਹੋਈ, ਕੁਝ ਸੱਜਣ ਕਹਿ ਰਹੇ ਸੀਗੇ ਮੈਨੂੰ ਕਿ ਭਾਈ ਸਾਹਿਬ ਇਹ ਲਗਾਤਾਰ ਮੌਤ ਦੀ ਗੱਲ ਹੋ ਰਹੀ ਹੈ, ਡੈਥ ਰਿਲੇਟਡ ਗੱਲ ਹੋ ਰਹੀ ਹੈ, ਡੋਂਟ ਯੂ ਥਿੰਕ ਇਟਸ ਨੈਗੇਟਿਵ ਇਨ ਦੈਟ ਵੇ। ਮੈਂ ਨੋ ਐਕਚੁਅਲੀ ਇਹ ਤਾਂ ਗੱਲ ਸ਼ੁਰੂ ਹੋਈ ਹੈ, ਇਹ ਤਾਂ ਅੱਗੇ ਚੱਲਣੀ ਹੈ। ਇਹ ਤਾਂ ਸਾਨੂੰ ਦੱਸਿਆ ਸਮਝਾਇਆ ਉਸ ਰੂਪ ਵਿੱਚ ਜਾ ਰਿਹਾ। ਜੇ ਮੈਂ ਅੱਜ ਦੀ ਲੈਂਗੁਏਜ 'ਚ ਬਾਤ ਕਰਾਂ ਬਚਨ ਨੂੰ, ਜੇ ਆਪਾਂ ਦੇਖੀਏ ਰਹਾਓ ਦੇ ਬੰਦ ਤੁਸੀਂ ਵਿਚਾਰ ਪ੍ਰਾਰੰਭ ਕਰ ਲਈਏ ਨਾਲ, ਇਹ ਤੇ ਬਚਨ ਹੈ ਚਲ ਦਰ ਹਾਲ ਦੀਵਾਨ ਬੁਲਾਇਆ। ਮਤਲਬ ਸਿਪਾਹੀ ਆ ਗਏ, ਦੂਤ ਆ ਗਏ। ਦਰ ਹਾਲ ਦਾ ਮਤਲਬ ਹੈ ਐਜ਼ ਇਟ ਇਜ਼। ਤੁਸੀਂ ਪਿੰਡਾਂ ਥਾਵਾਂ 'ਤੇ ਦੇਖਿਆ ਹੋਣਾ, ਈਵਨ ਘਰਾਂ ਦੇ ਵਿੱਚ ਵੀ ਤੁਸੀਂ ਨਾਈਟ ਸੂਟ 'ਚ ਬੈਠੇ ਹੋ, ਤੁਸੀਂ ਪਿੰਡ ਦੇ ਵਿੱਚ ਕੋਈ ਕੰਮ ਕਰ ਰਹੇ ਹੋ, ਤੁਹਾਡੇ ਹੋ ਸਕਦਾ ਕੱਪੜੇ ਹੀ ਪ੍ਰੋਪਰ ਨਾ ਪਾਏ ਹੋਣ। ਆਪਨੇ ਕਦੇ ਦੇਖਿਆ ਹੋਵੇ ਥਾਣਿਆਂ ਦੇ ਜਦੋਂ ਬੰਦੇ ਨੂੰ ਅਰੈਸਟ ਕਰਕੇ ਲਿਆਉਂਦੇ ਨੇ, ਕਈਆਂ ਦੇ ਸਿਰ 'ਤੇ ਦਸਤਾਰ ਵੀ ਨਹੀਂ ਹੁੰਦੀ, ਕਈਆਂ ਨੇ ਮੜ 'ਚ ਵੈਸੇ ਹੀ ਪਟਕਾ ਬੰਨਿਆ ਆ, ਕਿਸੇ ਨੇ ਪ੍ਰੋਪਰ ਟਰਾਊਜ਼ਰ ਵੀ ਨਹੀਂ ਪਹਿਨੇ ਹੈਗੇ, ਮਤਲਬ ਜਸਟ ਜਿਹੜਾ ਹੈਗਾ ਉਹ ਅੰਡਰ ਗਾਰਮੈਂਟਸ ਦੇ ਵਿੱਚ ਹੀ ਹੈਗਾ ਆ, ਅਤੇ ਕਿਸੇ ਨੇ ਜੇ ਬਨੈਣ ਹੀ ਪਾਈ ਹੈ। ਦਰਹਾਲ ਐਜ਼ ਇਟ ਇਜ਼ ਹੀ, ਜਿਵੇਂ ਫੜਿਆ ਉਵੇਂ ਹੀ ਬਾਂਹ ਫੜ ਕੇ ਗਿਆ, ਚੱਲ ਅੱਗੇ ਲੱਗ। ਇੰਨੀ ਵੀ ਹਿੰਮਤ ਨਹੀਂ ਕੱਪੜੇ ਪਾ ਲਵਾਂ, ਚਲੋ 2 ਪਲ ਰੁਕ ਜਾਓ, ਮੈਂ ਮਾੜਾ ਜਿਹਾ ਤਿਆਰ ਤੇ ਹੋ ਜਾਵਾਂ। ਮੈਂ ਤੇ ਕਦੀ ਤਿਆਰ ਹੋਣ ਤੋਂ ਬਿਨਾਂ ਬਾਹਰ ਪੈਰ ਨਹੀਂ ਰੱਖਿਆ। ਉਹ ਕਹਿੰਦੇ ਹੂ ਕੇਅਰ, ਦਰਹਾਲ ਐਜ਼ ਇਟ ਇਜ਼, ਜਿਵੇਂ ਹੈ ਅੱਗੇ ਲੱਗ। ਤੈਨੂੰ ਲੈਣ ਵਾਸਤੇ ਇੱਥੇ ਤੇਰੀ ਨੌਕਰੀ ਵਾਸਤੇ ਨਹੀਂ ਆਏ ਅਸੀਂ, ਤੈਨੂੰ ਅਸੀਂ ਕੋਈ ਕੰਫਰਟ ਫੀਲ ਕਰਾਉਣ ਵਾਸਤੇ ਨਹੀਂ ਆਏ, ਅਸੀਂ ਤੇ ਤੈਨੂੰ ਪਨਿਸ਼ ਕਰਨ ਵਾਸਤੇ ਆਏ, ਤੈਨੂੰ ਅਸੀਂ ਆਪਣਾ ਹੁਕਮ ਸੁਣਾਉਣ ਵਾਸਤੇ ਆਏ। ਬਸ ਐਜ਼ ਇਟ ਇਜ਼। ਕਿਆ ਚਲ ਦਰਹਾਲ ਦੀਵਾਨ ਬੁਲਾਇਆ। ਦੀਵਾਨ ਕੋਰਟ ਕਚਹਿਰੀ, ਚੱਲ ਕੋਰਟ 'ਚ ਪੇਸ਼ ਹੋ ਚੱਲ ਕੇ। ਹੁਣ ਕੋਰਟ 'ਚ ਪੇਸ਼ ਹੋਣਾ, ਕਚਹਿਰੀ ਵਿੱਚ ਪੇਸ਼ ਹੋਣਾ, ਜਿੱਥੇ ਮਤਲਬ ਇਨਫੋਰਸਮੈਂਟ ਵਾਲੇ ਹੁੰਦੇ ਨੇ, ਜਿਨ੍ਹਾਂ ਦੀ ਆਪਣੀ ਮਰਜ਼ੀ ਉੱਥੇ ਚੱਲਦੀ, ਉਹਦੇ ਸਾਹਮਣੇ ਜੋ ਉਹਨਾਂ ਨੇ ਸਾਡੇ ਉੱਤੇ ਚਾਹਣ ਉਹ ਇਨਫੋਰਸ ਕਰ ਸਕਦੇ ਨੇ, ਸਾਨੂੰ ਉਸ ਤਰੀਕੇ ਨਾਲ ਮਜਬੂਰ ਕਰ ਸਕਦੇ ਨੇ। ਉਹ ਕੋਰਟ ਆ ਜਗ੍ਹਾ। ਸੋ ਉਹਦੀ ਐਗਜ਼ਾਮਪਲ ਕੀਤੀ ਗਈ ਕਿ ਅਲਟੀਮੇਟਲੀ ਰੱਬੀ ਦਰਗਾਹ ਵੀ ਇੱਕ ਕੋਰਟ ਹੈ। ਉਹਨੂੰ ਉਸ ਲੈਵਲ 'ਤੇ ਦੇਖ। ਅਗੇਨ ਕਿਉਂਕਿ ਥੋੜ੍ਹਾ ਰੈਸ਼ਨਲ ਸਾਈਡ ਤੋਂ ਮੈਂ ਨਾਲ ਚੀਜ਼ਾਂ ਹਮੇਸ਼ਾ ਟਰਾਈ ਕਰਦਾ ਕੈਰੀ ਕਰਨ ਦੀਆਂ। ਉਹ ਚੇਤਨੀ ਇੱਕ ਬੇਨਤੀ ਕਰਾਂਗਾ, ਜੇ ਅੱਜ ਦੇ ਮੁਹਾਜ 'ਚ ਦੇਖਿਆ ਜਾਏ ਤੇ ਬੰਦੇ ਦੇ ਸਮਝਣ ਦੀ ਗੱਲ ਹੈ। ਕਈ ਵਾਰ ਚੀਜ਼ਾਂ ਸਾਹਮਣੇ ਬੰਦੇ ਨੂੰ ਦਿਸਦੀਆਂ ਨੇ ਤੇ ਬੰਦਾ ਉਹਨਾਂ ਨੂੰ ਇਗਨੋਰ ਕਰਨ ਦੀ ਟਰਾਈ ਕਰਦਾ ਆ। ਹੁਣ ਸਪੋਜ਼ ਕਰੋ ਮਤਲਬ ਕਿਸੇ ਨੇ ਮਾਂ ਬਾਪ ਦੇ ਆਖੇ ਲੱਗਣਾ ਨਾ ਕੀਤਾ, ਕਿਸੇ ਨੇ ਸਕੂਲੇ ਪੜ੍ਹਾਈ ਕਰਨੀ ਨਾ ਕੀਤੀ, ਕਿਸੇ ਨੇ ਕਿਸੇ ਪਰਿਵਾਰਕ ਸੋਸ਼ਲ ਡਿਸਿਪਲਿਨ ਨੂੰ ਅਡਾਪਟ ਨਾ ਕੀਤਾ, ਤੇ ਮੰਨਿਆ ਇਹ ਕਿ ਸਪੋਜ਼ ਕਰੋ ਕੋਈ ਸਰੀਰ ਕਰਕੇ ਤਗੜਾ ਆ, ਮਾਂ ਬਾਪ ਥੋੜ੍ਹੇ ਕਮਜ਼ੋਰ ਨੇ, ਤੇ ਉਹਨੇ ਕਿਹਾ ਇਹ ਮੇਰਾ ਕੀ ਕਰ ਲੈਣਗੇ, ਅੱਗੋਂ ਬਲਕਿ ਬੁਲੀ ਹੋਇਆ, ਉਹਨਾਂ ਨੂੰ ਬੁਲਿੰਗ ਦਿਖਾਈ ਉਹਨਾਂ ਨੂੰ। ਸਕੂਲ ਦੇ ਟੀਚਰ ਹੈ, ਉਹ ਤੋਂ ਵੀ ਤਗੜਾ ਸੀਗਾ, ਉਹਨੂੰ ਵੀ ਸੋਚਿਆ ਸਿਸਟਮ ਦੇ ਵਿੱਚ ਕੁਝ ਇਸ ਕਿਸਮ ਦੇ ਨਾਲ, ਉਹ ਕਹਿੰਦੇ ਛੱਡ ਪਰਾਂ, ਮੈਂ ਇਹਨੂੰ ਕਿਉਂ ਕਹਿਣਾ ਆ, ਬੌਦਰੇਸ਼ਨ ਨਾ ਕੀਤੀ ਬਹੁਤੀ ਜ਼ਿਆਦਾ। ਹੋ ਸਕਦਾ ਥੋੜ੍ਹਾ ਬਹੁਤਾ ਧੱਕਾ ਫਰੈਂਡ ਸਰਕਲ 'ਚ ਵੀ ਕੀਤਾ, ਸੋਸ਼ਲ ਜਗ੍ਹਾ 'ਤੇ ਵੀ ਕੀਤਾ, ਹੋਰ ਰੂਪ ਦੇ ਵਿੱਚ। ਇਹ ਸਭ ਕਰਦਿਆਂ ਹੋਇਆਂ ਉਮਰ ਦਰਾਜ਼ ਹੋ ਗਿਆ। ਹੁਣ ਉਮਰ ਦਰਾਜ਼ ਹੋ ਗਿਆ ਤੇ ਇਹੋ ਜਿਹੀਆਂ ਚੀਜ਼ਾਂ ਅਸੀਂ ਕਈ ਵਾਰੀ ਲਿਟਰਲੀ ਤੌਰ 'ਤੇ ਸਿਸਟਮ ਦੇ ਵਿੱਚ ਦੇਖੀਆਂ ਇਸ ਤਰੀਕੇ ਦੇ ਨਾਲ। ਮੈਨੂੰ ਯਾਦ ਆ ਇੱਥੇ ਕੈਂਬਰੀ ਸਾਈਡ ਦੇ ਵਿੱਚ ਇੱਕ ਕੰਸਟਰਕਸ਼ਨ ਕਰਨ ਵਾਲਾ ਬੰਦਾ ਸੀਗਾ ਵਾਈਟ ਕਮਿਊਨਿਟੀ ਦੇ ਵਿੱਚੋਂ, ਤੇ ਉਹ ਕੰਸਟਰਕਸ਼ਨ ਵਗੈਰਾ ਪ੍ਰੋਪਰ ਨਹੀਂ ਸੀ ਕਰਦਾ, ਨਾ ਕੁਛ ਸਿੱਖਿਆ ਨਾ ਕੁਛ ਕੀਤਾ। ਉਹਨੇ ਇੱਕ ਦੋ ਵਾਰੀ 2-4 ਜਗ੍ਹਾ 'ਤੇ ਐਜ਼ ਏ ਹੈਂਡੀਮੈਨ ਕੰਮ ਕੀਤੇ, ਉਹਨੂੰ ਪੈਸੇ ਚੰਗੇ ਮਿਲ ਗਏ। ਉਸ ਤੋਂ ਬਾਅਦ ਉਹਨੇ ਸਿਸਟਮ ਬਣਾ ਲਿਆ, ਕਿਸੇ ਤੋਂ ਐਡਵਾਂਸ ਲੈ ਲਿਆ, ਕੰਮ ਸ਼ੁਰੂ ਕੀਤਾ, ਵਿੱਚ ਹੀ ਮਤਲਬ ਕੰਮ ਛੱਡਤਾ। ਜੇ ਕਿਸੇ ਨੇ ਕੁਝ ਕਿਹਾ ਤਾਂ ਅੱਗੋਂ ਉਹਨੂੰ ਬੁਲੀ ਹੋ ਗਿਆ, ਇਸ ਕਿਸਮ ਨਾਲ। ਉਹ ਕਰਦਿਆਂ ਕਈ ਸਾਲ ਟਪਾ ਗਿਆ। ਉਹ ਜਿਹਨੂੰ ਬਾਣੀ ਕਹਿੰਦੇ ਨਾ, ਇੱਕ ਵਲ ਛਲ ਕਰ ਝੱਤ ਕੱਢ ਦੇ, ਵੀ ਮਤਲਬ ਵਲ ਛਲ ਕਰਕੇ ਸਮਾਂ ਪਾਸ ਕਰ ਗਿਆ। ਉਹ ਇੱਕ ਸਭ ਕਰਦਿਆਂ ਇੱਕ ਦਿਨ ਉਹ ਹੋਇਆ ਕਿ ਜ਼ਿਆਦਾਤਰ ਉਹਨੇ ਟਾਰਗੇਟ ਕੀ ਕਰਨਾ, ਬਰਾਊਨ ਪੀਪਲ, ਇਹੋ ਜਿਹੀ ਕਮਿਊਨਿਟੀ ਜਿਹੜੀ ਥੋੜ੍ਹੀ ਵਲਨਰੇਬਲ ਵੀ ਹੈ, ਜਿਨ੍ਹਾਂ ਨੇ ਬਹੁਤਾ ਰੌਲਾ ਨਹੀਂ ਪਾਉਣਾ, ਜਿਹਨਾਂ ਨੇ ਕਿਹਾ ਚੱਲ ਛੱਡ ਪਰਾਂ, ਲੈ ਗਿਆ $2000 ਇਟਸ ਓਕੇ, ਹੂ ਕੇਅਰ। ਇਸ ਤਰੀਕੇ ਨਾਲ ਕਿਹੜਾ ਕੋਰਟ ਜਾਏਗਾ, ਨਾ ਕੋਰਟ ਸਿਸਟਮ ਦਾ ਪਤਾ, ਨਾ ਕੁਛ। ਇਸ ਤਰੀਕੇ ਨਾਲ ਹੋਇਆ। ਉਹ ਕਿਤੇ ਕਿ ਫੈਮਿਲੀ ਸੀ, ਤੇ ਉਹ ਅਜੇ ਨਿਊ ਕਮਰ ਹੀ ਸੀਗੇ ਇੱਥੇ। ਉਹਨਾਂ ਨੇ ਕੁਝ ਕੰਮ ਕਰਾਉਣਾ, ਤੇ ਉਸ ਰੂਪ ਵਿੱਚ ਉਹ ਗੱਲਬਾਤ ਹੋਈ। ਤੇ ਸਪੈਸ਼ਲੀ ਮੈਨੂੰ ਖੁਦ ਭੈਣ ਜੀ ਨੇ ਦੱਸਿਆ, ਲੇਡੀਜ਼ ਸੀਗੇ, ਤੇ ਉਹਨੇ ਕਿਹਾ ਆਇਆ ਇੱਥੇ, ਤੇ ਮੈਂ ਉਹਨੂੰ ਕਿਹਾ ਕੰਮ ਹੈ,
तो बड़ी उन्हें रीजनेबल प्राइस दी। मैं क्या ठीक है, कहना मैनू इन्ना एडवांस दे दिओ, आई वांट टू ब्रिंग सम स्टफ एंड देन आई विल स्टार्ट। उन्हें एडवांस देता, मुड़ के ना फोन चुके ना कुछ। वो एक दिन कितने उन्होंने पता लगा वो वर्क साइट पर कितने काम करते, चले गए तो वो अगों बड़िया उन्हें जोड़ा है बुली हो गया। कहता तुसीं कौन होंदे हो, मैं तो इस तरीके नाल। वो कहती ओके। उन्हें प्रॉपर सिस्टम नूं जिहड़ा फॉलो किया, वो सही तरीके नाल उन्हें कंप्लेंट की, सारा कुछ किया। अल्टीमेटली अरैसट हुई, केस पब्लिक गया, 2 4 10 15 50 एक तो बाद एक तो बाद एक तो बाद एक बंदे आउंदे गए। एडा वड्डा केस हो गया, कम्यूनिटी मतलब एक फ्रॉड के तौर पर उन्होंने लिया गया। अखीर हुण वो कम्यूनिटी दे विच नो डाउट उन्होंने मतलब एक्सपोज हो गया, सब कुछ होया, जेल तक हुई, मतलब हर रूप दे विच। मैं वो सारी एग्जाम्पल दे के बात कर रहा कि बंदा सोचता मेरा की बिगाड़ लिया कोई। भाई मदर नेचर का ला आ, तुसीं कुदरत के बनाए निज़ाम दे विच उहदी बरखिलाफत विच चलोगे, कुदरत इंतकाम लएगी हर लैवल ते। ये तुहानूं नहीं पता, लोग कहते उहदी डांग विच आवाज़ नहीं होंदी, पर बिल्कुल नहीं होंदी। वो कई तरीकों दे नाल वरतदा इस रूप दे विच। सो कोट ही है सारा है। बंदा ही सोचता है कि आई एम अबव फ्रॉम एनीथिंग और जिहड़ा हैगा एवरीथिंग। बाबा कबीर जी कहिंदे भाई एक दिन लिटरली तौर पर भी समा आना आ, चल दरहाल दीवान बुलाया, हर फुरमान दरगाह का आया रहाओ। ये बात बाबा कबीर जी कहिंदे, मैं दरगाह दे फुरमान की गल कर रहा। पहला भी दीवान की गल है। दीवान नो डाउट कोर्ट नूं भी कहा जाता है। कई बारी कोर्ट चलाउण वाले जिहड़े उहदे च जज कह लो, जिहड़े क्राउन कह लो, उन्होंने भी कहा जाता है। पर इत्थे तो हो सकता है कोई इस रूप में वर्ड यूज कर ले बंदा, पर जी दरगाह आ, दरगाह का मतलब सीधा कोर्ट है, जिन्होंने दरगाह कहने असीं सीधे तौर पर। ये अगेन बंदा कहता कित्थे आ दरगाह, कित्थे रब का कोर्ट। इसे शब्द नाल जे मैं एग्जाम्पल देवां एक दो बाणी दे विचों, असीं लिटरली तौर पर बाणी च शब्द पढ़ते हैं। बाबा धन गुरु नानक साहब जी दे महाराज बयान करते कि बंदे एक चीज चेते रखी, नानक आखै रे मना सुनिए सिख सही, लेखा रब मंगेसिया। आ मेरी सही ते सुचज्जी सिक्ख्या बड़े ध्यान नाल सुन ली। लेखा रब मंगेसिया बैठा कड वही। एक दिन तेरे तो लेखे जोखे पूछे जाणगे, एक दिन बकायदा तौर पर हिसाब किताब होएगा, कोर्ट खुलेगी तेरे वास्ते। हुण ये जिहड़ी चीज़ आ, बंदा कहंदा किन्ने कोर्ट वेखी ते किन्ने दरगाह वेखी ते किस तरीके दे नाल गल है। सब तो वड्डी कोर्ट ते बंदे दी अपनी कॉन्शियस है। बंदा जे थोड़ा जिहा भी ऑनेस्ट होए, अपने आप नाल ईमानदार होए, ते अंदर चीज़ां सही तरीके दे नाल बंदे नूं दिसदियां ते समझ आउंदियां। ये सारे रूप दे विच आप एहसास करोगे। मैं अज दी जे काउंसलिंग साइड तो बात करा तो अज दे इस दौर के अंदर जो साइंटिफिक साइड तो स्टडीज़ आ रही ने, सब चीज़ों के असी क्लासिकल साइकोलॉजिकल थ्योरीज में पढ़ते हैं, तो वो चीज़ लिटरली तौर पर समझाई जाती। कोई बंदा आया, ਉਹਦੇ ਨਾਲ कुछ मिसहैप होया, आले दुआले कुछ ਇਹੋ ਜਿਹੀਆਂ चीज़ां वापरियां ने जिन्हां तो वो परेशान है, सफ़र कर रहा है, सब चीज़ां हो रही ने। आप एहसास करोगे काउंसलर उत्थे कई बार एक मिरर की तरह भी काम करता है, शीशे की तरह। वो कुरेददा है ਉਹਦੀ कॉन्शियस ਨੂੰ, ओके अपने अंदरों चीज़ों ਨੂੰ बाहर कढ़ देख, कित्थे कित्थे किहड़ा किहड़ा जगह किहड़ी किहड़ी जगह के उत्ते तेरे कोलों कोई रोंग डूइंग हुई है, उन्होंने देख पहला। इस तो पहला कि तू आले दुआले नूं ब्लेम करें, किसी होर नूं इल्ज़ाम में लैके आए, अपने आप नूं देख तू कित्थे खड़ा है, तू कित्थे स्टैंड करदा है। गुरु ग्रंथ साहब के शब्द पढ़िए ना, ये बंदे की कॉन्शियस ते गल कीती गई है भी अपने आप नूं सोच के देखेगा तो पता लगा हम नहीं चंगे, बुरा नहीं कोए, अदरवाइज वी आर वेरी जजमेंटल। असी आप जज बनने हैं। जो बंदा आप जज सैल्फ जजमेंट में जाता है ना, उसकी हालत यह है सब को पूरा आपो है, घट ना कोई आख है। मैं हर थां ते पूरा हाँ,
ਡੋਮੈਸਟਿਕ एनवायरमेंट ਦੇ ਵਿੱਚ ਅਕਸਰ ਬਾਤ ਇਹੀ ਹੁੰਦੀ ਹੈ, ਖਾਸ ਕਰਕੇ ਜਦੋਂ ਕਪਲ ਕੁਆਰਲਿੰਗ ਹੁੰਦੀ ਹੈ, ਉਹ 'ਚ ਈਚ ਇੰਡੀਵਿਜੂਅਲ ਇਜ਼ ਸੇਇੰਗ ਆਈ ਐਮ ਟੋਟਲੀ ਰਾਈਟ, ਜੋ ਮੈਂ ਕਹਿ ਰਿਹਾ ਉਹ ਤੇ ਬਿਲਕੁਲ ਗੱਲ ਠੀਕ ਹੈ, ਮੈਂ ਤੇ ਪੂਰਾ ਉਤਰ ਰਿਹਾ ਹਰ ਥਾਂ ਦੇ ਉੱਤੇ। ਇਹ ਜਿਹੜਾ ਮੇਰਾ ਕੰਪੈਨੀਅਨ ਹੈ, ਜਿਹੜਾ ਮੇਰਾ ਪਾਰਟਨਰ ਆ, ਜਿਹੜਾ ਮੇਰੇ ਨਾਲ ਹਮਸਫਰ ਆ, ਇਹੀ ਸਾਰੇ ਫਾਲਟ 'ਚ ਹੈ, ਇਹੀ ਵਾਰ-ਵਾਰ ਇਸ ਰੂਪ ਵਿੱਚ ਬਾਤ ਆਉਂਦੀ ਹੈ। ਜੇ ਆਪਾਂ ਡੀਪ ਲੈਵਲ 'ਤੇ ਦੇਖਾਂਗੇ ਤੇ ਕਈ ਵਾਰ ਜਿਹੜਾ ਬੰਦਾ ਵਾਰ-ਵਾਰ ਰੈਪੀਟੀਸ਼ਨ ਕਰ ਰਿਹਾ ਨਾ, ਜੇ ਕੌਨਸ਼ੀਅਸ ਨੂੰ ਸੁਣੇ ਤੇ ਕੌਨਸ਼ੀਅਸ ਦੱਸ ਰਹੇ ਹੋਏਗੀ ਨਾ 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 ਨਾ, ਐਕਚੁਅਲੀ ਦੂਜੀ ਪੱਖ ਦੀ ਤਾਂ ਕੋਈ ਮਿਸਟੇਕ ਅਜੇ ਆ ਹੀ ਨਹੀਂ ਰਹੀ, ਆਪਣਾ ਪੱਖ ਦੇਖ ਪਹਿਲਾਂ ਤੋਂ, ਤੇਰੇ ਪੱਖ ਕਿਹੜੇ ਕਿਹੜੇ ਪੂਰੇ ਜਾ ਰਹੇ ਨੇ। ਸੋ ਇੱਥੇ ਜਿਹੜੀ ਬਾਤ ਆ ਰਹੀ ਹੈ ਕਿ ਜਾਂ ਬੰਦੇ ਉਸ ਤਰੀਕੇ ਨਾਲ ਦੇਖ, ਲੇਖਾ ਰੱਬ ਮੰਗੇ ਸੀ, ਰੱਬ ਦੇ ਬਣੇ ਨਿਜ਼ਾਮ ਵਿੱਚ ਲੇਖੇ ਤੇ ਹੋ ਰਹੇ ਨੇ। ਹਾਂ, ਤੂੰ ਅਟੈਂਸ਼ਨ ਪੇ ਨਹੀਂ ਕਰ ਰਿਹਾ, ਤੂੰ ਉਸ ਰੂਪੇ ਧਿਆਨ ਨਹੀਂ ਦੇ ਰਿਹਾ। ਜੇ ਧਿਆਨ ਦੇਏਗਾ ਤੇ ਫਿਰ ਕਈ ਵਾਰ ਜਿੰਨਾ ਆਲੇ ਦੁਆਲੇ ਜਿੰਨੀ ਪੇਨ ਆ, ਜਿੰਨੀ ਤਕਲੀਫ ਆ, ਜੇ ਬੰਦਾ ਉਹਨੂੰ ਵੀ ਦੇਖੇਗਾ ਤੇ ਬੰਦੇ ਨੂੰ ਪਤਾ ਲੱਗ ਜਾਏਗਾ, ਹਾਂ ਇਹ ਚੀਜ਼ਾਂ ਜਸਟੀਫਾਈ ਹੁੰਦੀਆਂ ਨੇ, ਇਹ ਚੀਜ਼ਾਂ ਕਿਤੋਂ ਨਾ ਕਿਤੋਂ ਨਿਕਲ ਕੇ ਆ ਰਹੀਆਂ ਨੇ। ਜੇ ਫਿਰ ਹੋਰ ਲੈਵਲ ਲੈ ਲਈਏ ਭਾਈ, ਇਹ ਜਿਹੜੀ ਉਹਦੀ ਦਰਗਾਹ ਆ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕੂੜ ਨਿਖੁੱਟਸ ਨਾਨਕਾ ਔੜਕ ਸੱਚ ਰਹੀ, ਉਹ ਸੱਚੜਾ ਨਿਆਂ ਕਰਦਾ, ਉਹ ਸੱਚ ਨੂੰ ਹੀ ਹਮੇਸ਼ਾ ਉੱਚਿਆਂ ਚੁੱਕਦਾ ਹੈ ਤੇ ਸੱਚ ਹੀ ਸਾਡੇ ਸਾਹਮਣੇ ਹਰ ਲੈਵਲ ਤੇ ਪ੍ਰਗਟ ਹੋ ਰਿਹਾ ਆ। ਬਾਬਾ ਜੀ ਕਹਿੰਦੇ ਇਹ ਜੀਵਨ ਝੂਠ ਦੇ ਸਹਾਰੇ, ਕੂੜ ਦੇ ਸਹਾਰੇ, ਕਿਸੇ ਫਰੇਬ ਦੇ ਸਹਾਰੇ, ਇਹਨਾਂ ਚੀਜ਼ਾਂ ਸਹਾਰੇ ਤੂੰ ਕੱਢ ਲੈ ਕਿਸੇ ਤਰੀਕੇ ਨਾਲ ਵੀ, ਪਰ ਐਂਡ ਆਫ ਦਾ ਡੇ ਇੱਕ ਦਿਨ ਦਰਗਾਹ ਵਿੱਚ ਜਾਏਗਾ, ਫਿਰ ਕਿਹੜਾ ਮੂੰਹ ਲਗਾਏਗਾ ਉੱਥੇ ਜਾ ਕੇ। ਇਸ ਨੂੰ ਬਾਣੀ ਨੇ ਇਸ ਤਰ੍ਹਾਂ ਵੀ ਬਿਆਨ ਕੀਤਾ, ਅਸੀਂ ਬਚਨ ਪੜ੍ਹਦੇ ਹਾਂ, ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕੰਬੜੇ ਵਿਸਾਰ, ਅਗਾਊਂ ਇਨ ਟਾਈਮ ਸੋਚ, ਆਹ ਕੰਮ ਕਰ ਰਹੇ ਹਾਂ, ਇਸ ਪਾਸੇ એનર્ਜੀ ਲਗਾ ਰਹੇ ਹਾਂ, ਆਹ ਚੀਜ਼ ਕਰ ਰਹੇ ਹਾਂ, ਇਹਦੇ ਵਿੱਚੋਂ ਪ੍ਰਾਪਤ ਕੀ ਹੋਏਗਾ? ਵਕਤੀ ਤੌਰ ਤੇ ਹੋ ਸਕਦਾ ਕੋਈ ਬੜਾ ਵੱਡਾ ਬੈਨੀਫਿਟ ਮਿਲਦਾ ਹੋਏ, ਵਕਤੀ ਤੌਰ ਤੇ ਹੋ ਸਕਦਾ ਬੰਦੇ ਨੂੰ ਕੁਝ ਫਾਇਦਾ ਨਸੀਬ ਹੁੰਦਾ ਹੋਏ, ਪਰ ਮਹਾਰਾਜ ਕਹਿੰਦੇ ਲੌਂਗ ਰਨ ਵਿੱਚ ਦੇਖ, ਕਿਤੇ ਐਸਾ ਤੇ ਨਹੀਂ ਜਿੰਨੀ ਕੰਮੀ ਨਾ ਹੈ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀਂ, ਮਤ ਸ਼ਰਮਿੰਦਗੀ ਆਵੇ ਉਸ ਲੈਵਲ ਤੇ ਜਾ ਕੇ ਸਾਈਂ ਦੇ ਦਰਬਾਰ, ਜਦੋਂ ਸਾਈਂ ਦੇ ਦਰਬਾਰ ਵਿੱਚ ਜਾ ਕੇ ਤੈਨੂੰ ਖੜਨਾ ਪਏ। ਜੇ ਅਕਾਲ ਪੁਰਖ ਵਾਹਿਗੁਰੂ ਤੈਨੂੰ ਪੁੱਛੇ ਤੇ ਇਹਦਾ ਸਭ ਤੋਂ ਸਿੰਪਲ ਤਰੀਕਾ ਇਹ ਹੈ, ਤੇਰੀ ਕੌਨਸ਼ੀਅਸ, ਤੇਰੀ ਅੰਦਰ ਦੀ ਜਿਹੜੀ ਆਵਾਜ਼ ਆ, ਉਸ ਨੂੰ ਨਾ ਮਰਨ ਦੇਈ। ਮੈਂ ਸਾਰੀ ਬਾਬਤ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਜਦੋਂ ਇਹਨਾਂ ਲਫ਼ਜ਼ਾਂ ਨੂੰ ਅਸੀਂ ਸ਼ਬਦਾਂ ਦੇ ਰੂਪ ਵਿੱਚ ਇਸ ਤਰੀਕੇ ਨਾਲ ਪੜ੍ਹਦੇ ਹਾਂ, ਤੇ ਅੱਜ ਮੋਸਟਲੀ ਮੈਂ ਫਿਰ ਬੇਨਤੀ ਕਰਾਂਗਾ, ਬਾਣੀ ਦਾ ਜਿਹੜਾ ਮੁੱਖ ਫੋਕਸ ਆ ਉਹ ਹੇਅਰ ਐਂਡ ਨਾਓ ਤੇ ਆ, ਹੁਣ ਵਿੱਚ ਹੈ, ਇਸ ਸਮੇਂ ਵਿੱਚ ਹੈ। ਬਾਣੀ ਕਹਿੰਦੀ ਹੈ ਹੁਣ ਤੇ ਫੋਕਸ ਕਰ, ਪਰ ਕਈ ਵਾਰ ਹੁਣ ਤੇ ਫੋਕਸ ਕਰਨ ਵਾਸਤੇ ਵੀ ਬੰਦੇ ਨੂੰ ਥੋੜ੍ਹਾ ਜਿਹਾ ਵਿਜ਼ਨਰੀ ਹੋਣਾ ਪੈਂਦਾ, ਥੋੜ੍ਹਾ ਦੂਰ ਦ੍ਰਿਸ਼ਟਾ ਹੋਣਾ ਪੈਂਦਾ। ਜਿਵੇਂ ਆਪਾਂ ਹਾਈਵੇ 'ਤੇ ਗੱਡੀ ਚਲਾ ਰਹੇ ਹੋਈਏ ਨਾ, ਤੇ ਆਪਾਂ ਰਹਿਣਾ ਤੇ ਗੱਡੀ ਵਿੱਚ ਹੀ ਹੈ, ਆਪਾਂ ਨੇ ਗੱਡੀ 'ਤੇ ਹੀ ਜਿਹੜਾ ਹੈਗਾ ਸਟੀਅਰਿੰਗ ਵੀਲ ਨੂੰ ਕੰਟਰੋਲ ਕਰਨਾ ਉਸ ਰੂਪ ਦੇ ਵਿੱਚ, ਪਰ ਨਜ਼ਰ ਕਾਫੀ ਦੂਰ ਤੱਕ ਲੈ ਜਾਂਦੇ ਹਾਂ, ਤੇ ਜਿੰਨੀ ਸਪੀਡ ਜ਼ਿਆਦਾ ਨਜ਼ਰ ਓਨੀ ਦੂਰ ਹੋਣੀ ਚਾਹੀਦੀ ਹੈ। ਦੂਰੋਂ ਪਤਾ ਲੱਗ ਜੇ ਜਿਹੜੀਆਂ ਨੇ ਬ੍ਰੇਕਾਂ ਲੱਗ ਰਹੀਆਂ ਨੇ, ਕੁਝ ਕਲੋਜ਼ਰ ਲੱਗ ਰਿਹਾ ਹੈ, ਕੋਈ ਕਿਸੇ ਕਿਸਮ ਦੇ ਨਾਲ ਕੋਈ ਹੈਜ਼ਰਡਸ ਦਿਸ ਰਹੇ ਨੇ, ਪਹਿਲਾਂ ਹੀ ਬੰਦਾ ਆਪਣੇ ਆਪ ਨੂੰ ਉਸ ਤਰੀਕੇ ਨਾਲ ਰੋਕਣਾ, ਆਪਣੇ ਆਪ ਨੂੰ ਸਪੀਡ ਘੱਟ ਕਰਨੀ, ਸਭ ਚੀਜ਼ਾਂ ਨੂੰ ਲੱਗ ਜਾਂਦਾ। ਇਹੋ ਜਿਹੇ ਅਮਲ ਦੀ ਬਾਤ ਹੋ ਰਹੀ ਸਾਡੇ ਜੀਵਨ ਦੇ ਵਿੱਚ। ਜੇ ਬੰਦਾ ਥੋੜ੍ਹਾ ਦਰਗਾਹ ਨੂੰ ਵੇਖ ਲੇਗਾ, ਕੋਟ ਨੂੰ ਵੇਖ ਲੇਗਾ, ਰੱਬ ਜੀ ਨੂੰ ਵੇਖ ਲੇਗਾ, ਤੇ ਸਭ ਤੋਂ ਵੱਡੀ ਗੱਲ ਆਪਣੀ ਮੌਤ ਨੂੰ ਵੇਖ ਲੇਗਾ, ਜਦੋਂ ਦੂਰ ਤੱਕ ਨਜ਼ਰ ਮਾਰੇਗਾ ਇਸ ਤਰੀਕੇ ਦੇ ਨਾਲ। ਮੈਨੂੰ ਕੁਝ ਸਮਾਂ ਪਹਿਲਾਂ, ਹੁਣ ਤੇ ਕੋਵਿਡ ਕਰਕੇ ਚਲੋ ਸਿਚੁਏਸ਼ਨ ਡਿਫਰੈਂਟ ਆ, ਲਗਾਤਾਰ ਕਈ ਰੋਜ਼ ਡਾਊਨ ਟਾਊਨ ਸੇਂਟ ਮਾਈਕਲ ਤੇ ਇੱਕ ਦੋ ਹੋਰ ਹੌਸਪੀਟਲਸ 'ਤੇ ਜਾਣ ਦਾ ਮੌਕਾ ਬਣਿਆ। ਆਪ ਹੈਰਾਨ ਹੋਵੋਗੇ, ਬੰਦਾ ਉੱਥੇ ਜਾਂਦਾ ਹੈ, ਜਾ ਕੇ ਕਿਤੇ ਕੁਝ ਵਲੰਟੀਅਰ ਕਰਦੇ ਹੋਏ ਲੋਕਾਂ ਨੂੰ ਮਿਲਦਾ ਹੈ, ਜਾਂ ਵੈਸੇ ਆਪ ਕਿਤੇ ਕਿਸੇ ਤਰੀਕੇ ਦੇ ਨਾਲ ਕਿਸੇ ਨਾਲ ਮੁਲਾਕਾਤ ਹੁੰਦੀ ਹੈ, ਅਤੇ ਉੱਥੇ ਇੱਕ ਇੰਡੀਵਿਜੂਅਲ ਬੈੱਡ 'ਤੇ ਪਿਆ ਆ, ਉਸਨੂੰ ਜਿਹੜਾ ਆ ਯੂਰੀਨੇਸ਼ਨ ਵਾਸਤੇ ਬੈਗ ਲੱਗਾ ਆ, ਉਹਦੀ ਹਾਲਤ ਐਸੀ ਹੈ, ਡਾਈਪਰ ਚੇਂਜ ਹੋ ਰਿਹਾ ਉਹਦਾ। ਇਹ ਸਾਰੀਆਂ ਹਾਲਤਾਂ ਬੰਦਾ ਦੇਖਦਾ ਹੈ। ਆਪ ਅਹਿਸਾਸ ਕਰੋ, ਬੰਦੇ ਨੂੰ ਪਤਾ ਲੱਗਦਾ ਹੈ
ਲਾਈਫ ਦਾ ਐਂਡ ਕੀ ਹੈ। ਫਿਰ ਇਕੱਲਾ ਇਹ ਨਹੀਂ ਗਾ, ਉੱਥੇ ਡੈਥਸ ਹੋ ਰਹੀਆਂ ਨੇ, ਬੋਡੀ ਰੈਪ ਕੀਤੀਆਂ ਜਾ ਰਹੀਆਂ ਨੇ, ਬੰਦਾ ਅੱਗੇ ਵੱਧਦਾ ਦੇਖਦਾ, ਅੱਛਾ ਆਹ ਚੀਜ਼ ਹੋ ਰਹੀ ਹੈ। ਇਹ ਬੰਦੇ ਦੀ ਕੌਂਸ਼ੀਅਸ ਨੂੰ ਜਗਾਉਂਦੀ ਚੀਜ਼। ਮੈਂ ਇੱਕ ਹੋਰ ਰੰਗ ਬਿਆਨ ਕਰਦੇ ਨੇ ਇਹਦੇ ਨਾਲ। ਆਪ ਦੀ ਅਸੀਸ ਨਾਲ ਮੈਨੂੰ ਮੌਕਾ ਬਣਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਯੂਨੀਵਰਸਿਟੀ ਸੈਟਿੰਗ ਵਿੱਚ ਪੜ੍ਹਨ ਦਾ, ਇੰਡੀਆ। ਐਂਡ ਸਮਹਾਓ professors who were teaching us Gurbani over there, they were not Sikh believers. Even they were openly announcing it that they are atheist. ਕਈਆਂ ਨੇ ਲਿਟਰਲੀ ਤੌਰ 'ਤੇ ਕਹਿਣਾ ਵੀ ਅਸੀਂ ਤਾਂ ਏਥੀਸਟ ਹਾਂ, ਸਾਡਾ ਕੋਈ ਕਮਿਊਨਿਸਟ ਹਾਂ, ਅਸੀਂ ਤਾਂ ਇਸ ਕਿਸਮ ਦੀਆਂ ਗੱਲਾਂ ਕਰਨੀਆਂ। ਗੁਰਬਾਣੀ ਜੋ ਤੁਸੀਂ ਧਿਆਨ ਨਾਲ ਪੜ੍ਹੋਗੇ ਨਾ, ਗੁਰਬਾਣੀ ਦੇ 'ਚ ਇੱਕ ਵੱਡੀ ਪ੍ਰੈਜੈਂਟੇਸ਼ਨ ਹੈ ਡੈਥ ਦੀ, ਮੌਤ ਬਾਰੇ। ਆਹੀ ਸਾਰੀ ਤੀਸਰਾ ਸ਼ਬਦ ਹੈ ਜਿਹਦੇ 'ਚ ਅਸੀਂ ਵਿਚਾਰ ਰਹੇ ਹਾਂ। ਮਰਨ ਦੀਆਂ ਗੱਲਾਂ ਹੋ ਰਹੀਆਂ, ਦਰਗਾਹ ਦੀਆਂ, ਕੋਰਟ ਦੀਆਂ ਗੱਲਾਂ ਹੋ ਰਹੀਆਂ। ਅਤੇ ਉਹ ਐਕਸਪਲੇਨੇਸ਼ਨ ਇਹ ਕਰਦੇ, ਖਾਸ ਕਰਕੇ ਭਗਤ ਫਰੀਦ ਜੀ ਸੂਫੀ ਰੰਗ ਨੂੰ ਬਿਆਨ ਕਰਦੇ। ਸੂਫੀਆਂ ਦੇ ਵਿੱਚ ਜਿਵੇਂ ਭਗਤ ਫਰੀਦ ਜੀ ਦਾ ਆਪਨੇ ਕਈ ਵਾਰੀ ਸ਼ਬਦ ਪੜ੍ਹਿਆ ਹੋਵੇਗਾ, ਜਿਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ। ਮਲਕੂਲ ਦੇਵਤਾ, ਮਲਕੂਲ ਫਰਿਸ਼ਤਾ ਇਸਲਾਮਿਕ ਲਿਟਰੇਚਰ ਦੇ ਵਿੱਚ ਜਿਵੇਂ ਸਾਡੇ ਧਰਮਰਾਜ ਮੰਨਿਆ ਜਾਂਦਾ, ਉਹਨਾਂ ਦੇ ਮੰਨਿਆ ਜਾਂਦਾ ਕਿ ਜਿਸ ਦਿਨ ਮੌਤ ਹੋਣੀ ਹੈ ਨਾ, ਉਸ ਦਿਨ ਮਲਕੂਲ ਫਰਿਸ਼ਤਾ ਜਾਂ ਉਹਦੇ ਬੰਦੇ ਆਉਣਗੇ ਜਿਹੜੇ ਸਾਡੀ ਰੂਹ ਨੂੰ ਆਪਣੇ ਕਬਜ਼ੇ 'ਚ ਲੈ ਲੈਣਗੇ, ਰੂਹ ਕਬਜ਼ ਕਰ ਲੈਣਗੇ। ਅਤੇ ਉਹ ਸਾਡੀ ਰੂਹ ਨੂੰ ਵਿੱਚੋਂ ਆਪਣੇ ਕਬਜ਼ੇ 'ਚ ਕੱਢ ਕੇ ਰੂਹ ਜਿੰਨਾ ਮਰਜ਼ੀ ਤੜਪੇਗੀ। ਭਾਰਤੀ ਖਿੱਤੇ ਦੇ ਵਿੱਚ ਵੱਖਰੇ ਵੱਖਰੇ ਢੰਗ ਨਾਲ 12 ਵਿਆਹਾਂ ਦਾ ਜ਼ਿਕਰ ਹੈ। ਇੱਕ ਵਿਆਹ ਹੈ ਗੰਧਰਵ ਵਿਵਾਹ, ਤਿੰਗੋਜੋਰੀ, ਕਿਸੇ ਨੂੰ ਉਦਾਲ ਕੇ ਲੈ ਜਾਣਾ, ਧੱਕੇ ਦੇ ਨਾਲ, ਉਹਦੀ ਮਰਜ਼ੀ ਤੋਂ ਬਿਨਾਂ ਫੋਰਸਫੁਲੀ ਚੱਕ ਕੇ ਲੈ ਜਾਣਾ ਉਸਨੂੰ। ਇਸ ਪਾਵਨ ਸ਼ਬਦ 'ਚ ਇਹਦਾ ਜ਼ਿਕਰ ਹੋ ਰਿਹਾ ਕਿ ਦੇਖ ਬੰਦੇ, ਇੱਕ ਐਸਾ ਵਿਆਹ, ਮਤਲਬ ਇੱਕ ਐਸਾ ਸਮਝੋ ਕਿ ਸਮਾਂ ਆਉਣਾ ਆ ਕਿ ਜਦੋਂ ਇਹ ਰੂਹ ਤੜਪੇਗੀ ਕਿ ਮੈਂ ਨਹੀਂ ਜਾਣਾ, ਪਰ ਉਹਦੀ ਪੇਸ਼ ਨਹੀਂ ਜਾਣੀ। ਮੌਤ ਰੂਪ ਲਾੜੇ ਨੇ ਆਉਣਾ, ਮਲਕੂਲ ਦੇਵਤੇ ਜਿਹਦੇ ਕੰਨਾਂ ਨਾਲ ਸੁਣਿਆ ਜਾਂਦਾ ਵੀ ਇੱਕ ਦਿਨ ਆਉਂਦਾ ਹੈ, ਉਹ ਰੂਹ ਕਬਜ਼ ਕਰ ਲੈਂਦਾ, ਉਹ ਮਾਰ ਦਿੰਦਾ ਬੰਦੇ ਨੂੰ। ਇਸ ਰੂਪ ਦੇ ਵਿੱਚ ਕਿਹਾ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ। ਬੰਦਾ ਆਪਣੀਆਂ ਹੱਡੀਆਂ, ਆਪਣੇ ਬਾਹੂਬਲ, ਆਪਣੇ ਮਸਲਸ 'ਤੇ ਬੜਾ ਮਾਣ ਕਰਦਾ ਵੀ ਨਾ ਮੇਰੇ 'ਚ ਬੜੀ ਤਾਕਤ ਹੈ, ਮੈਂ ਹਰ ਚੀਜ਼ ਨੂੰ ਨਜਿੱਠ ਸਕਦਾ। ਉਸ ਤਰੀਕੇ ਦੇ ਨਾਲ ਮਾੜੀ ਮੋਟੀ ਮੁਸ਼ਕਲ ਵਿਪਤਾ ਵੀ ਆਵੇ, ਬੰਦਾ ਫਿਜ਼ੀਕਲ ਪਾਵਰ ਦੇ ਨਾਲ ਉਸ ਨੂੰ ਜਿਹੜਾ ਹੈਗਾ ਉਹਨੂੰ ਸਰ ਕਰ ਲੈਂਦਾ, ਉਹਨੂੰ ਓਵਰ ਪਾਵਰ ਕਰ ਲੈਂਦਾ ਇਸ ਰੂਪ ਦੇ ਅੰਦਰ। ਪਰ ਜਿਸ ਦਿਨ ਮੌਤ ਆਉਂਦੀ ਹੈ ਉਸ ਦਿਨ ਹੱਡੀਆਂ ਦੀ ਤਾਕਤ ਕੰਮ ਨਹੀਂ ਕਰਦੀ। ਤੁਸੀਂ ਦੇਖੋਗੇ ਚੰਗੇ ਚੰਗੇ ਐਥਲੀਟ, ਰੀਸੈਂਟਲੀ ਜਿਹੜਾ ਹੈਗਾ ਫੁੱਟਬਾਲ ਦੇ ਵਿੱਚ ਇੱਕ ਬੜੇ ਚੰਗੇ ਐਥਲੀਟ ਦੀ ਹਾਰਟ ਫੇਲ ਹੋਣ ਨਾਲ ਮੌਤ ਹੋਈ। ਲੋਕ ਹੈਰਾਨ ਇਸ ਰੂਪ 'ਚ, ਹਾਂ ਭਾਈ ਇਹ ਹੈ ਰੀਜ਼ਨ ਬਣਦਾ ਕੋਈ ਵੀ। ਇਹ ਇੰਟਰਨਲ ਰੀਜ਼ਨ ਹੋ ਸਕਦਾ ਹੈ, ਕਈ ਵਾਰ ਐਕਸਟਰਨਲ ਰੀਜ਼ਨ ਆਉਂਦਾ ਕੋਈ ਨਾ ਕੋਈ। ਮਤਲਬ ਇਹ ਚੰਗਾ ਭਲਾ ਬੰਦਾ ਸਿਰਫ ਠੋਕਰ ਖਾ ਕੇ ਡਿੱਗਾ ਇਸ ਤਰੀਕੇ ਦੇ ਨਾਲ, ਸਿਰ ਵੱਜਾ ਕਿਤੇ ਕੁਛ ਹੋਇਆ, ਇੱਕਦਮ ਕੋਈ ਨਸ ਫਟ ਗਈ, ਡੈਥ ਹੋ ਗਈ। ਹੱਡਾਂ ਕੂ ਕੜਕਾਏ, ਜਿੰਨੀ ਮਰਜ਼ੀ ਹੱਡਾਂ 'ਚ ਜਾਨ ਹੋਏ, ਜਦੋਂ ਉਹਨੇ ਆ ਕੇ ਮਤਲਬ ਆਪਣੀ ਰੂਹ ਕੱਢਣੀ ਉਹਦੇ ਵਿੱਚੋਂ, ਉਹ ਕਹਿੰਦੇ ਉਹ ਪੇਸ਼ ਨਹੀਂ ਜਾਣਦਾ ਕਿਸੇ ਦੀ। ਫਿਰ ਕਿਹਾ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪ੍ਰਣਾਏ। ਜਿੰਦ ਰੂਪੀ ਵਹੁਟੀ ਨੂੰ ਮੌਤ ਰੂਪੀ ਲਾੜਾ ਪ੍ਰਣਾ ਕੇ ਧੱਕੇ ਦੇ ਨਾਲ ਵਿੱਚੋਂ ਚੱਕ ਕੇ ਲੈ ਜਾਏਗਾ ਇਸ ਰੂਪ ਦੇ ਵਿੱਚ। ਇਹੋ ਜਿਹੇ ਸ਼ਬਦਾਂ ਨੂੰ ਜਦੋਂ ਪੜ੍ਹਾਉਣਾ, ਸਮਝਾਉਣਾ, ਤੇ ਉਹਨਾਂ ਨੇ ਕਹਿਣਾ ਕਿ ਨਾ, ਕਿਉਂਕਿ ਜਿਹੜੇ ਇਹ ਭਗਤ ਨੇ, ਗੁਰੂ ਸਾਹਿਬਾਨ ਨੇ, ਇਹ ਸਾਰੇ ਬਲੀਵਰਸ ਨੇ, ਇਹ ਸਾਰੇ ਰੱਬ ਦੇ ਵਿਸ਼ਵਾਸ ਕਰਨ ਵਾਲੇ ਨੇ, ਅਤੇ ਇਹ ਸਾਨੂੰ ਵੀ ਬਲੀਵਰਸ ਬਣਾਉਣਾ ਚਾਹੁੰਦੇ, ਰੱਬ ਦਾ ਵਿਸ਼ਵਾਸੀ ਬਣਾਉਣਾ ਚਾਹੁੰਦੇ ਨੇ। ਅਤੇ ਉਹਦੇ ਵਾਸਤੇ ਇਹ ਮੌਤ ਨੂੰ ਇੱਕ ਟੂਲ ਦੀ ਤਰ੍ਹਾਂ ਯੂਜ਼ ਕਰ ਰਹੇ ਨੇ ਵੀ ਤਾਂ ਕਿ ਲੋਕੀ ਮੌਤ ਨੂੰ ਯਾਦ ਕਰਨ ਅਤੇ ਰੱਬ ਚੇਤੇ ਆਵੇ। ਇਹ ਚੀਜ਼ ਹੋ ਰਹੀ। ਹੁਣ ਅਸੀਂ ਸਟੂਡੈਂਟ ਸੀਗੇ, ਅਸੀਂ ਪੜ੍ਹਦੇ ਗਏ ਇਸ ਰੂਪ ਦੇ ਵਿੱਚ, ਮੁੜ ਕੇ ਅਸੀਂ ਗੁਰਮਤਿ ਇੰਸਟੀਟਿਊਸ਼ਨ ਗਏ, ਦੈਨ ਵੀ ਗੋਟ ਟੋਟਲੀ ਡਿਫਰੈਂਟ ਅੰਡਰਸਟੈਂਡਿੰਗ ਆਫ ਗੁਰਬਾਣੀ। ਪਹਿਲੀ ਗੱਲ ਤਾਂ ਇਹ ਪਤਾ ਲੱਗਾ ਕਿ ਇਹ ਬਿਲਕੁਲ ਹੀ ਚਿੱਟਾ ਝੂਠ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਮਕਸਦ ਕਿਸੇ ਨੂੰ ਡਰਾਉਣਾ ਆ। ਗੁਰਬਾਣੀ ਦਾ ਸਾਰਾ ਫੋਕਸ ਇੱਕੋ ਚੀਜ਼ 'ਤੇ ਹੈ, ਨਿਰਭਉ ਜਪੈ ਸਗਲ ਭਉ ਮਿਟੈ। ਸਾਰੇ ਭੈ ਹਰ ਲੈ ਜਾਣ, ਤੁਹਾਡੇ ਡਰ ਸਾਰਾ ਕੱਢਤਾ ਜਾਏ ਵਿੱਚੋਂ। ਠੀਕ ਹੈ ਜੀ, ਇਹ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਮਕਸਦ ਆ। ਜਦੋਂ ਸਾਨੂੰ ਨਿਰਭੈਤਾ ਵਿੱਚ ਲੈ ਕੇ ਜਾਣਾ ਹੈ, ਭੈ ਰਹਿਤ ਕਰਨਾ ਹੈ,
ਫਿਰ ਮੌਤ ਦੀ ਇਤਨੀ ਪਿਕਚਰ ਸਾਨੂੰ ਡਰਾਉਣ ਵਾਸਤੇ ਤੇ ਨਹੀਂ ਵਿਖਾਈ ਜਾ ਰਹੀ। ਸਾਡੇ ਸ਼ਬਦ ਜਿਵੇਂ ਅਸੀਂ ਪੜ੍ਹੇ ਨੇ ਹੁਣ, ਨਾ, ਐਕਚੁਅਲ ਲੈਵਲ ਤੇ ਭਾਵੇਂ ਦਰਗਾਹ ਦੀ ਗੱਲ ਹੋ ਰਹੀ ਹੈ, ਭਾਵੇਂ ਦੀਵਾਨ ਦੀ ਗੱਲ ਹੋ ਰਹੀ ਹੈ, ਭਾਵੇਂ ਤੇ ਦੂਤਾਂ ਦੀ ਗੱਲ ਹੋ ਰਹੀ ਹੈ, ਇਹ ਡਰਾਉਣ ਵਾਸਤੇ ਨਹੀਂ ਹੋ ਰਹੀ, ਸਾਨੂੰ ਸਮਝਾਉਣ ਵਾਸਤੇ ਹੋ ਰਹੀ ਹੈ। ਸਾਡੇ ਜਿਹੜੇ ਦਾਨਿਸ਼ਮੰਦ ਗੁਰਮਤ ਇੰਸਟੀਟਿਊਸ਼ਨ ਵਿੱਚ ਸਕਾਲਰ ਪ੍ਰੋਫੈਸਰ ਸੀਗੇ, ਉਹਨਾਂ ਨੇ ਸਾਨੂੰ ਫਿਰ ਸਮਝਾਉਣਾ, ਉਹਨਾਂ ਗੁਰਮੁਖਾਂ ਨੇ ਉਹਨਾਂ ਨੇ ਕਹਿਣਾ ਮੌਤ ਦਾ ਡਰ ਬੰਦੇ ਨੂੰ ਦੇਣ ਦੀ ਕੀ ਲੋੜ ਹੈ, ਇਹ ਤਾਂ ਆਲਰੇਡੀ 4 ਚੁਫੇਰੇ ਫੈਲਿਆ ਹੈ। ਆਪ ਦੇਖੋਗੇ ਤੇ ਥੋੜ੍ਹਾ ਝਾਤ ਮਾਰੋ, ਭਗਤ ਫਰੀਦ ਜੀ ਦੇ ਬਚਨ ਪੜ੍ਹਦੇ ਹਾਂ ਵੀ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਏ, ਵੇਖ ਤੇ ਸਹੀ, ਜਿਸ ਘਰ ਵਿੱਚ ਰਹਿਣਾ ਇਸੇ ਘਰ ਦੇ ਵਿੱਚ ਜੇ ਦਾਦਾ ਹੈਗਾ, ਦਾਦੀ ਹੈਗੀ ਹੈ, ਠੀਕ ਹੈ, ਚੰਗੀ ਗੱਲ ਹੈ, ਪਰ ਪੜਦਾਦਾ ਨਹੀਂ ਹੋਏਗਾ, ਪੜਦਾਦੀ ਨਹੀਂ ਹੋਏਗੀ, ਪੜਨਾਨੀ ਨਹੀਂ ਹੋਏਗੀ, ਪੜਨਾਨਾ ਨਹੀਂ ਹੋਏਗਾ, ਕਦੀ ਸਣ ਹੋ। There were time then they were real, they were alive, but now they are not. That mean ਮੌਤ ਤੇ ਉੱਥੇ ਹੋ ਚੁੱਕੀ ਹੈ ਸਾਰੀ, ਮੌਤ ਤੇ ਵੇਖੀ ਹੈ ਕਿਸੇ ਨੇ, ਪਰਿਵਾਰ ਨੇ ਵੇਖੀ ਹੈ, ਫਿਰ ਇੱਕ ਨਹੀਂ ਕਈ ਪਰਿਵਾਰ ਦੇ ਜੀਵ ਗੁਜ਼ਰੇ ਹੋਣਗੇ ਇਸ ਰੂਪ ਦੇ ਵਿੱਚ। ਜੇ ਇੱਕ ਲੈਵਲ ਤੇ ਦੇਖਿਆ ਜਾਏ ਨਾ, ਜਿਵੇਂ ਭਗਤ ਰਵਿਦਾਸ ਜੀ ਦਾ ਸ਼ਬਦ ਅਸੀਂ ਪੜ੍ਹਦੇ ਹਾਂ, ਜੋ ਦਿਨ ਆਵੇਂ ਸੋ ਦਿਨ ਜਾਹੀਂ, ਕਰਨਾ ਕੂਚ ਰਹਿਣ ਥਿਰਨਾ ਹੀ, ਸੰਗ ਚਲਤ ਹੈ ਹੰਪੀ ਚਲਣਾ। ਬੰਦਾ ਕਿਸੇ ਫਿਊਨਰਲ ਹੋਮ ਦੇ ਕੰਢੇ ਜਾ ਕੇ ਖੜਾ ਹੋ ਜਾਏ, 2-3 ਦਿਨ 4 ਦਿਨ ਤੁਸੀਂ ਕਾਰ ਖੜੀ ਕਰਕੇ ਸਿਰਫ ਓਬਜ਼ਰਵ ਕਰੋ, ਤੁਹਾਨੂੰ ਪਤਾ ਲੱਗੇਗਾ ਕਿੰਨੇ ਲੋਕ ਆ ਰਹੇ ਨੇ, ਕਿੰਨੇ ਫਿਊਨਰਲ ਹੋ ਰਹੇ ਨੇ। ਭਾਈ ਇਹ ਚੀਜ਼ ਤੇ ਹੋ ਰਹੀ ਹੈ, ਵਾਪਰ ਰਹੀ ਹੈ। ਜਦੋਂ ਬੰਦਾ ਇਹਨੂੰ ਦੇਖਦਾ ਆ, ਇੱਕਦਮ ਸੰਤਪਤ ਹੋ ਜਾਂਦਾ, ਇੱਕਦਮ ਜਿਹੜਾ ਹੈਗਾ ਡਰ, ਸਹਿਮ ਉਹਦੇ 'ਚ ਫੈਲਦਾ। ਸਹਿਮ ਤੇ ਆਲਰੇਡੀ ਫੈਲ ਰਿਹਾ, ਡਰ ਤੇ ਹੈ। ਮੈਂ ਜੇ ਹੁਣੇ ਬੇਨਤੀ ਕੀਤੀ, ਈਵਨ ਮੈਡੀਕਲ ਸਾਈਡ ਦੇ ਉੱਤੇ ਇਹ ਗੱਲ ਕਹੀ ਜਾਂਦੀ ਕਿ ਜਦੋਂ ਬੱਚੇ ਮੈਡੀਕਲ ਸਾਇੰਸਿਸ ਪੜ੍ਹਨ ਵਾਸਤੇ ਜਾਂਦੇ ਨੇ ਅਤੇ ਉਹ ਪਹਿਲੇ 1 ਸਾਲ ਦੇ ਵਿੱਚ ਜਦੋਂ ਬਿਮਾਰੀਆਂ ਦੇ ਬਾਰੇ ਅਜੇ ਜਸਟ ਬੇਸਿਕ ਇਨਫੋਰਮੇਸ਼ਨ ਲੈਣੀ ਸ਼ੁਰੂ ਕਰਦੇ ਨੇ ਸਾਇੰਸ ਸਿੰਪਟਮਸ ਤੋਂ ਪੜ੍ਹਨ ਵਾਲੇ ਪਾਸੇ, ਅਤੇ ਅਰਾਊਂਡ 80% ਬੱਚੇ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਰੇ ਉਹ ਸਾਇੰਸ ਸਿੰਪਟਮਸ ਪੜ੍ਹ ਕੇ ਆਪਣੇ ਆਪ ਨੂੰ ਡਾਇਗਨੋਸ ਕਰਨਾ ਸ਼ੁਰੂ ਕਰ ਦਿੰਦੇ ਨੇ, ਮੈਨੂੰ ਆਹ ਵੀ ਬਿਮਾਰੀ ਹੈ, ਮੈਨੂੰ ਆਹ ਵੀ ਬਿਮਾਰੀ ਹੈ, ਮੈਨੂੰ ਆਹ ਵੀ ਬਿਮਾਰੀ ਹੈ। ਮੈਂ, ਸਾਡਾ ਬੜਾ ਵੱਡਾ ਸਕਾਲਰ ਹੈ ਡਾਕਟਰ ਗੈਬਰ, ਉਸਨੂੰ ਮੈਂ ਖੁਦ ਬੜਾ ਪੜ੍ਹਦਾ ਸੁਣਦਾ ਮੈਂ, ਤਾਂ ਉਹ ਖੁਦ ਕਹਿੰਦਾ ਕਿ ਜਦੋਂ ਮੈਂ ਪਹਿਲੀ ਵਾਰੀ ADD ਬਾਰੇ ਪੜ੍ਹਿਆ ਅਤੇ ਰਾਈਟ ਵੇ ਮੈਂ ਸਾਰੇ ਸਾਇੰਸ ਸਿੰਪਟਮਸ ਵੇਖ ਕੇ ਮੈਂ ਕਿਹਾ ਉਹ ਤਾਂ ਮੈਂ ਹੱਦ ਹੋ ਗਈ, ਇਹ ਤਾਂ ਮੈਨੂੰ ਬਿਮਾਰੀ ਹੈ। ਮਤਲਬ ਕਹਿੰਦਾ ਮੈਂ ਆਪ ਹੀ ਸੈਲਫ ਡਾਇਗਨੋਸ ਕੀਤਾ ਅਤੇ ਆਪ ਹੀ ਮੈਂ ਆਪਣੇ ਕੁਲੀਗ ਕੋਲ ਚਲਾ ਗਿਆ ਅਤੇ ਮੈਂ ਉਹਨੂੰ ਕਿਹਾ ਵੀ ਮੈਨੂੰ ਨਾ ਆਹ ਦਵਾਈ ਲਿਖ ਦੇ ਜੋ ਇਹ ADD ਦੇ ਵਿੱਚ ਜਿਹੜੀ ਅੱਜ ਕੱਲ੍ਹ ਮਿਲਦੀ ਹੈ। ਉਹ ਲਿਖਣ ਲੱਗਾ ਅਤੇ ਲਿਖ ਕੇ ਮੈਨੂੰ ਕਹਿੰਦਾ ਵੀ ਕਿੰਨੀ ਕੁਆਂਟਿਟੀ ਚਾਹੀਦੀ ਤੈਨੂੰ ਦੱਸ, ਉਹ ਨਹੀਂ ਲਿਖ ਦਿਆਂਗਾ। ਉਹ ਮੇਰਾ ਆਪਣਾ ਕੁਲੀਗ ਆ, ਮੇਰੇ ਨਾਲ ਫਿਜ਼ੀਸ਼ੀਅਨ ਹੈ, ਮੈਂ ਕਿਹਾ ਥੋੜ੍ਹੀ ਐਕਸਟਰਾ ਲਿਖ ਦੇ, ਕੀ ਫਰਕ ਪੈਂਦਾ, ਕਿਉਂਕਿ ਆਪਣੇ ਤੇ ਜਿਹੜਾ ਹੈਗਾ ਮੈਡੀਕਲ ਕਵਰ ਵੀ ਹੈ ਅਤੇ ਨਾਲੇ ਵੈਸੇ ਵੀ ਆਪਣਾ। ਉਹ ਕਹਿੰਦਾ ਉਹਨੇ ਐਕਸਟਰਾ ਲਿਖਤੀ, ਮੈਂ ਐਕਸਟਰਾ ਖਾਣ ਵੀ ਲੱਗ ਗਿਆ ਵੀ ਇੰਨੀ ਤਾਂ ਬੈਨੀਫਿਸ਼ੀਅਲ ਹੈ ਹੀ ਹੈ, ਜੇ ਤੂੰ ਵੱਧ ਖਾਵਾਂਗਾ ਹੋਰ ਬੈਨੀਫਿਟ ਆਏਗਾ। ਇਹ ਕੀ ਹੈ? ਐਕਚੁਅਲ ਲੈਵਲ 'ਤੇ ਬੰਦਾ ਜਦੋਂ ਆਲੇ ਦੁਆਲੇ ਨੂੰ ਓਬਜ਼ਰਵ ਕਰਦਾ, ਸਿੰਪਲ ਲੈਵਲ 'ਤੇ ਉਹਨੂੰ ਹਰ ਚੀਜ਼ ਡਰਾਉਂਦੀ ਹੈ, ਬਿਮਾਰੀਆਂ ਡਰਾਉਂਦੀਆਂ ਨੇ, ਜੀਵਨ ਦੇ ਗੁਜ਼ਰਨ ਦੇ ਰੰਗਾਂ ਦੇ ਵਿੱਚ ਜਦੋਂ ਮੌਤ ਦਾ ਉਹ ਮੰਜ਼ਰ ਵੇਖਦਾ ਉਹ ਵੀ ਡਰਾਉਂਦਾ ਆ। ਲੋਕਾਂ ਦੇ ਨੜੋਏ ਡਰਾਉਂਦੇ ਨੇ ਬੰਦੇ ਨੂੰ, ਬਾਣੀ ਡਰਾਉਂਦੀ ਨਹੀਂ ਗੀ, ਬਾਣੀ ਸਮਝਾਉਂਦੀ ਹੈ। ਲੇਟਰ ਔਰ ਸੂਨਰ ਵੀ ਹੈਵ ਟੂ ਫੇਸ ਦਿਸ ਰਿਐਲਿਟੀ। ਕਿਹਾ ਗਿਆ ਬੰਦੇ ਨੂੰ ਇਹ ਚੀਜ਼, ਮੈਂ ਬੀਤੇ ਕੱਲ੍ਹ ਵੀ ਬਿਆਨ ਕਰ ਰਿਹਾ ਸੀਗਾ, ਉਹ ਸੱਜਣ UK ਤੋਂ ਜਦੋਂ ਆਖਰੀ ਪੜਾਅ 'ਚ ਮੈਂ ਉਹਨੂੰ ਜਾ ਕੇ ਤੱਕਿਆ ਅਤੇ ਉਹ ਵਾਰ-ਵਾਰ ਇੱਕੋ ਚੀਜ਼ ਹੀ ਕਹੀ ਜਾਣ, ਉਹ ਆ ਗਿਆ, ਉਹ ਪਿੱਛੇ ਖੜ੍ਹਾ, ਉਹ ਦੇਖੋ, ਉਹ ਮੇਰੇ ਤੋਂ ਆਹ ਪੁੱਛ ਰਿਹਾ ਭਈ ਕੋਟ 'ਤੇ ਲੱਗ ਰਿਹਾ ਭਈ ਆਹ ਚੀਜ਼ ਤਾਂ ਹੋ ਰਹੀ ਹੈ। ਹਾਂ, ਅਸੀਂ ਅਟੈਂਸ਼ਨ ਪੇ ਨਹੀਂ ਕਰ ਰਹੇ, ਅਸੀਂ ਅਵੇਅਰ ਨਹੀਂ ਹੈਗੇ ਉਹਦੇ ਬਾਰੇ। ਇਸੇ ਲਈ ਬਾਣੀ ਕਹਿੰਦੀ ਚੇਤੇ ਰੱਖ, ਬੀਤੇ ਕੱਲ੍ਹ ਬਾਤ ਹੋਈ, ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ। ਭਾਈ ਚੇਤੇ ਰੱਖ, ਜੇਕਰ ਸਾਹਿਬ ਮਨੋ ਨਾ ਵਿਸਰੇ, ਉਹ ਨਾ ਮਨੋ ਵਿਸਰੇ। ਅਤੇ ਸਾਹਿਬ ਮਨੋ ਕਿਉਂ ਨਹੀਂ ਵਿਸਰੇਗਾ? ਬਕੌਲ ਮਸਕੀਨ ਜੀ ਉਹ ਕਹਿੰਦੇ ਹੁੰਦੇ ਸਨ, 2 ਚਿੰਤਨ ਬੰਦੇ ਦੀ ਸੁਰਤ 'ਚ ਇਕੱਠੇ ਚੱਲਣੇ ਚਾਹੀਦੇ ਨੇ, ਕਾਲ ਅਤੇ ਅਕਾਲ। ਕਾਲ ਚਿੰਤਨ ਬੰਦੇ ਨੂੰ ਅਕਾਲ ਚਿੰਤਨ ਤੱਕ ਲੈ ਜਾਂਦਾ। ਜਦੋਂ ਬੰਦੇ ਨੂੰ ਗੁਰੂ ਦੀ ਦਰਗਾਹ ਦਿਸ ਜਾਏ, ਰੱਬ ਦੀ ਦਰਗਾਹ ਵੀ ਦਿਸ ਜਾਂਦੀ ਹੈ। ਬਾਬਾ ਕਬੀਰ ਜੀ ਨੇ ਬਾਤ ਕੀਤੀ ਹੈ, ਚੱਲ ਦਰਹਾਲ ਦੀਵਾਨ ਬੁਲਾਇਆ। ਸਮਾਂ ਆਵੇਗਾ ਇੱਕ ਦਿਨ ਤੈਨੂੰ ਕੱਪੜੇ ਪਾਉਣੇ ਵੀ ਨਸੀਬ ਨਹੀਂ ਹੋਣਗੇ, ਪੱਗ ਬੰਨਣੀ ਵੀ ਨਸੀਬ ਨਹੀਂ ਹੋਏਗੀ। ਤੂੰ ਇਹ ਨਹੀਂ ਕਹਿ ਸਕੇਂਗਾ ਵੀ ਚਲੋ ਕੋਈ ਨਾ, ਬਾਕੀ ਸਾਰੇ ਚੀਜ਼ਾਂ ਜਿਹੜੀਆਂ ਮੈਂ ਹੁਣ ਥੋੜ੍ਹਾ ਨਾ
ਤਿਆਰ ਹੋ ਜਾ। ਉਹ ਕਹਿੰਦੇ ਨਾ ਦਰ ਹਾਲ ਐਜ਼ ਇਟ ਇਜ਼, ਜਿਵੇਂ ਹੈ ਉਸੇ ਰੂਪ ਦੇ ਵਿੱਚ। ਦੀਵਾਨ ਬੁਲਾਇਆ ਹਰ ਫੁਰਮਾਨ ਦਰਗਾਹ ਕਾ ਆਇਆ, ਤੇ ਫੁਰਮਾਨ ਦਰਗਾਹੋਂ ਆਏਗਾ। ਅੱਖਾਂ ਖੋਲੀਆਂ ਰਹਿ ਜਾਂਦੀਆਂ, ਮੂੰਹ ਖੁੱਲੇ ਰਹਿ ਜਾਂਦੇ, ਹੱਥ ਬੰਦ ਜਾਂ ਖੁੱਲੇ, ਜਿੱਥੇ ਬੈਠਾ ਉੱਥੇ ਬੈਠਾ। ਸੁੱਤੇ ਸੁੱਤੇ ਰਹਿ ਗਏ, ਡਰਾਈਵ ਕਰਦੇ ਹੋਏ ਲੋਕ ਘਰਾਂ ਥਾਵਾਂ 'ਚ। ਇਹ ਜਿਹੜੀ ਚੀਜ਼ ਆ ਇਹ ਮੌਤ ਆ, ਇਹਦਾ ਬਿਆਨ ਕੀਤਾ ਹੈ। ਇਹਦੀ ਇੱਕ ਹੋਰ ਪਿਕਚਰ ਬਾਕੀ ਰਹਿੰਦੇ ਸ਼ਬਦ 'ਚ ਹੈ ਸਾਰੀ, ਜਿਹਦੀ ਵਿਚਾਰ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ। ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਢਾਡੀ ਵੀਰ ਆ ਗਏ ਨੇ, ਅਗਲੀ ਹਾਜ਼ਰੀ ਉਹਨਾਂ ਦੀ ਹੈ। ਮੈਂ ਇਜਾਜ਼ਤ ਚਾਹਾਂਗਾ ਆਪ ਸਾਰਿਆਂ ਤੋਂ। ਕਿਰਸਾਨੀ ਸੰਘਰਸ਼ ਦੇ ਵਿੱਚ ਜੂਝ ਰਹੇ ਮਾਈ ਭਾਈ ਦੀ ਸਫਲਤਾ ਲਈ ਅਰਦਾਸ ਹੈ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।